ਸੀਗੇ ਮੰਤਰੀ ਤੇ ਉਹ ਉਹਨਾਂ ਨੂੰ ਘਰੇ ਮਿਲ ਕੇ ਵੀ ਆਏ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਕੇ ਆਏ ਤੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਅਨਾਉਂਸ ਕੀਤਾ ਸੀ ਉਹਨਾਂ ਨੇ ਕਿ ਪੰਜਾਬ ਲੈਵਲ ਇੱਕ ਸਪੋਰਟਸ ਫੇਅਰ ਅਸੀਂ ਜਿਹੜਾ ਆਰਗੇਨਾਈਜ਼ ਕਰਾਂਗੇ ਤੇ ਉਸ ਤੋਂ ਬਾਅਦ ਹਾਕੀ ਨੂੰ ਉਤਸ਼ਾਹਿਤ ਕਰਨ ਵਾਸਤੇ, ਹਾਕੀ ਨੂੰ ਹੋਰ ਪ੍ਰਮੋਟ ਕਰਨ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਯਤਨ ਆਉਣ ਵਾਲੇ ਟਾਈਮ ਦੇ ਵਿੱਚ ਕਰਾਂਗੇ। ਖੈਰ ਇਹ ਜਰਮਨਜੀਤ ਬਾਰੇ ਆਪਾਂ ਪਹਿਲੇ ਹਿੱਸੇ ਦੇ ਵਿੱਚ ਬਹੁਤ ਚਰਚਾ ਕੀਤੀ। ਇੱਕ ਹੋਰ ਹਾਕੀ ਓਲੰਪੀਅਨ ਬਾਰੇ ਤੁਹਾਨੂੰ ਦੱਸਦੇ ਹਾਂ ਅੱਜ। ਮੁਖਬੈਨ ਸਿੰਘ ਉਹਨਾਂ ਦਾ ਨਾਮ ਹੈ ਤੇ ਅੱਜ ਤੱਕ ਉਹਨਾਂ ਦਾ ਜਿਹੜਾ ਇੱਕ ਰਿਕਾਰਡ ਹੈ ਆਸਟ੍ਰੇਲੀਆ ਦੇ ਖਿਲਾਫ ਹੈਟ੍ਰਿਕ ਦਾ, ਗੋਲਸ ਦੀ ਹੈਟ੍ਰਿਕ ਦਾ, ਉਹ ਕੋਈ ਤੋੜ ਨਹੀਂ ਸਕਿਆ। ਅਸਲ ਦੇ ਵਿੱਚ ਇਹ ਗੱਲ ਚੱਲੀ ਕਿੱਥੋਂ ਚੱਲੀ, ਇੱਥੋਂ ਵੀ 2024 ਪੈਰਿਸ ਓਲੰਪਿਕ ਦੇ ਇੱਕ ਲੀਗ ਪੜਾਅ ਦੇ ਮੈਚ ਦੇ ਵਿੱਚ ਜਿਹੜਾ ਆਸਟ੍ਰੇਲੀਆ ਨੂੰ ਭਾਰਤੀ ਟੀਮ ਨੇ ਹਰਾਇਆ ਸੀਗਾ, ਹਾਕੀ ਟੀਮ ਨੇ 3-2 ਦੇ ਨਾਲ ਹਰਾ ਕੇ ਬਹੁਤ ਮਹੱਤਵਪੂਰਨ ਜਿੱਤ ਜਿਹੜੀ ਉਹ ਹਾਸਲ ਕੀਤੀ ਸੀਗੀ। ਤੇ ਉਸ ਤੋਂ ਬਾਅਦ ਇਸੇ ਸਿਲਸਿਲੇ ਨੂੰ ਬਰਕਰਾਰ ਰੱਖਦਿਆਂ 4 ਅਗਸਤ ਦੀ ਗੱਲ ਹੈ ਜਦੋਂ ਗ੍ਰੇਟ ਬ੍ਰਿਟੇਨ ਦੀ ਟੀਮ ਨੂੰ ਹਰਾ ਕੇ ਉਹਨਾਂ ਨੇ ਸੈਮੀਫਾਈਨਲ ਦੇ ਵਿੱਚ ਭਾਰਤੀ ਹਾਕੀ ਟੀਮ ਪਹੁੰਚੀ ਆ। ਤੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਨਾਲ ਜਿਹੜਾ ਮੁਕਾਬਲਾ ਹੋਇਆ ਸੀ, ਆਖਰੀ ਵਾਰ ਉਹਨਾਂ ਨੇ ਮਿਊਨਿਖ ਦੀ ਜਿਹੜੀ ਓਲੰਪਿਕ ਸੀਗੀ ਉਸ ਦੇ ਵਿੱਚ ਆਸਟ੍ਰੇਲੀਆ ਦੀ ਟੀਮ ਨੂੰ ਭਾਰਤੀ ਹਾਕੀ ਟੀਮ ਨੇ ਹਰਾਇਆ ਸੀਗਾ 1972 ਦੇ ਵਿੱਚ। ਤੇ ਇਹ ਲੀਗ ਮੈਚ ਦੇ ਵਿੱਚ 3-1 ਦੇ ਨਾਲ ਜਿੱਤ ਹਾਸਲ ਕੀਤੀ ਸੀ ਤੇ ਅੰਤ ਦੇ ਵਿੱਚ ਕਾਂਸੀ ਦਾ ਤਗਮਾ ਜਿਹੜਾ ਭਾਰਤੀ ਟੀਮ ਨੇ ਜਿੱਤਿਆ ਸੀਗਾ। ਮਿਊਨਿਖ ਓਲੰਪਿਕ ਆਖਰੀ ਓਲੰਪਿਕ ਸੀ ਜਿੱਥੇ ਹਾਕੀ ਮੈਚ ਜਿਹੜਾ ਉਹ ਘਾਹ ਤੇ ਖੇਡਿਆ ਗਿਆ ਸੀ। ਉਸ ਤੋਂ ਬਾਅਦ 1972 ਦੇ ਵਿੱਚ ਆਪਾਂ ਦੇਖਿਆ ਕਿ ਐਸਟ੍ਰੋਟਰਫ ਜਿਹੜਾ ਉਹ ਹਾਕੀ ਦੀ ਖੇਡ ਦੀ ਸ਼ੁਰੂਆਤ ਉਹਦੇ ਤੇ ਹੋ ਗਈ ਸੀ। ਤੇ 1968 ਦੇ ਮੈਕਸੀਕੋ ਓਲੰਪਿਕ ਦੇ ਦੌਰਾਨ ਆਸਟ੍ਰੇਲੀਆ ਨੇ ਸੈਮੀਫਾਈਨਲ ਦੇ ਵਿੱਚ ਭਾਰਤ ਨੂੰ 2-1 ਦੇ ਨਾਲ ਹਰਾ ਕੇ ਭਾਰਤ ਦੀ ਜਿਹੜੀ ਜਿੱਤ ਦੀ ਲੜੀ ਆ ਉਹਨੂੰ ਤੋੜ ਦਿੱਤਾ ਸੀਗਾ, ਕਿਉਂਕਿ 1928 ਤੋਂ ਬਾਅਦ ਓਲੰਪਿਕ ਦੇ ਵਿੱਚ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਭਾਰਤ ਦੀ ਟੀਮ ਹੈ ਜਿਹੜੀ ਉਹ ਫਾਈਨਲ ਦੇ ਵਿੱਚ ਪਹੁੰਚਣ ਤੋਂ ਰਹਿ ਗਈ ਸੀਗੀ ਤੇ ਉਹਨੂੰ ਕਾਂਸੇ ਦੇ ਤਗਮੇ ਦੇ ਨਾਲ ਸਬਰ ਕਰਨਾ ਪਿਆ ਸੀਗਾ, ਜਿਸ ਨੇ ਹਾਕੀ ਦੇ ਖੇਤਰ ਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਜਿਹੜੀ ਆ ਉਹ ਲਿਆਂਦੀ ਸੀਗੀ। ਸੋ 1968 ਓਲੰਪਿਕ ਦੇ ਚਾਂਦੀ ਦਾ ਤਗਮਾ ਜੇਤੂ ਮਿਊਨਿਖ ਦੇ ਵਿੱਚ ਆਪਣਾ ਗਰੁੱਪ ਪੜਾਅ ਤੋਂ ਅੱਗੇ ਨਹੀਂ ਵੱਧ ਸਕੇ। ਪੈਨਲਟੀ ਕਾਰਨਰ ਹੁੰਦੇ ਸੀ ਮੁਖਬੈਨ ਸਿੰਘ। ਉਹ ਭਾਰਤ ਦੀ ਆਸਟ੍ਰੇਲੀਆ ਤੇ ਜਿਹੜੀ ਇਹ ਜਿੱਤ ਹੋਈ ਸੀ 1972 ਦੀ, ਉਹਦੇ ਵਿੱਚ ਸਭ ਤੋਂ ਮਹੱਤਵਪੂਰਨ ਖਿਡਾਰੀ ਸੀਗੇ ਮੁਖਬੈਨ ਸਿੰਘ ਨੇ, ਕਿਉਂਕਿ 3-1 ਦੇ ਨਾਲ ਜਿੱਤੇ ਸੀਗੇ ਤੇ ਤਿੰਨੇ ਦੇ ਤਿੰਨੇ ਗੋਲ ਉਹਨਾਂ ਨੇ ਕੀਤੇ ਤੇ ਉਹ ਵੀ ਆਸਟ੍ਰੇਲੀਆ ਦੇ ਖਿਲਾਫ ਜਿਹੜੀ ਹੈਟ੍ਰਿਕ ਆ ਉਹ ਬਣਾਉਣ ਵਾਲੇ ਓਲੰਪਿਕ ਦੇ ਵਿੱਚ ਪਹਿਲੇ ਭਾਰਤੀ ਬਣੇ ਤੇ ਇਹ ਇੱਕ ਰਿਕਾਰਡ ਹੈ ਉਹਨਾਂ ਦਾ ਜਿਹੜਾ ਅੱਜ 1972 ਤੋਂ ਲੈ ਕੇ ਅਜੇ ਵੀ ਕਾਇਮ ਹੈ। ਮਤਲਬ 1972 ਨੂੰ ਤੁਸੀਂ ਦੇਖ ਲਓ ਕਿੰਨੇ ਵਰ੍ਹੇ ਬੀਤ ਗਏ ਆ, ਅੱਜ ਵੀ ਉਹਨਾਂ ਦਾ ਜਿਹੜਾ ਰਿਕਾਰਡ ਆ ਉਹ ਕਾਇਮ ਆ। ਤਕਰੀਬਨ ਅੱਧੀ ਸਦੀ ਬੀਤ ਚੁੱਕੀ ਹੈ, ਜੇ ਆਪਾਂ ਗਲਤ ਨਾ ਹੋਈਏ ਤਾਂ ਅੱਧੀ ਸਦੀ ਤੋਂ ਵੀ ਵੱਧ ਦਾ ਸਮਾਂ ਬੀਤ ਚੁੱਕਿਆ, ਪਰ ਉਹਨਾਂ ਦਾ ਰਿਕਾਰਡ ਨਹੀਂ ਟੁੱਟਿਆ। ਇਹ ਮਿਊਨਿਖ ਦੇ ਵਿੱਚ ਭਾਰਤ ਲਈ ਸਭ ਤੋਂ ਵੱਧ ਗੋਲ ਕਰਨ ਵਾਲੇ 9 ਗੋਲ ਕੀਤੇ ਇਹਨਾਂ ਨੇ। ਜਿਹੜੇ ਖਿਡਾਰੀਆਂ ਨੇ ਸਭ ਤੋਂ ਵੱਧ ਗੋਲ ਕੀਤੇ ਉਹਨਾਂ ਦੇ ਵਿੱਚੋਂ ਇੱਕ ਸੀਗੇ। 9 ਗੋਲ ਮੁਖਬੈਨ ਸਿੰਘ ਨੇ ਕੀਤੇ ਸੀਗੇ ਤੇ ਇਹਨਾਂ ਦੇ ਜਿਹੜੇ ਪਿਤਾ ਸੀਗੇ ਦਰਬਾਰਾ ਸਿੰਘ, ਉਹ ਵੀ ਭਾਰਤੀ ਫੌਜ ਦੇ ਵਿੱਚ ਖਿਡਾਰੀ ਸਨ। ਉਹਨਾਂ ਨੇ ਧਿਆਨ ਚੰਦ ਦੇ ਨਾਲ ਵੀ ਜਿਹੜੇ ਹਾਕੀ ਦੇ ਬਹੁਤ ਵੱਡੇ ਲੈਜੈਂਡ ਹੋਏ ਨੇ ਉਹਨਾਂ ਦੇ ਨਾਲ ਖੇਡੀ। ਮੁਖਬੈਨ ਸਿੰਘ ਇਸ ਟਾਈਮ 79 ਸਾਲ ਦੇ ਆ ਤੇ ਜਦੋਂ ਉਹਨਾਂ ਨੇ 2024 ਦੇ ਵਿੱਚ ਜਦੋਂ ਪੈਰਿਸ ਓਲੰਪਿਕ ਦੇ ਵਿੱਚ ਆਸਟ੍ਰੇਲੀਆ ਨੂੰ ਹਰਾਇਆ ਭਾਰਤੀ ਟੀਮ ਨੇ, ਤਾਂ ਉਹ ਕਹਿੰਦੇ ਮੈਨੂੰ ਸਾਰੀਆਂ ਯਾਦਾਂ ਤਾਜ਼ਾ ਹੋ ਗਈਆਂ, ਉਹ ਭਾਵੁਕ ਹੋ ਗਏ। ਉਹ ਉਸ ਪਲ ਨੂੰ, ਉਸ ਲਮਹੇ ਨੂੰ ਜਦੋਂ ਜਿਉਂ ਰਹੇ ਸਨ ਤਾਂ ਉਹ ਬਹੁਤ ਜ਼ਿਆਦਾ ਭਾਵੁਕ ਸੀਗੇ। ਉਹ ਕਹਿੰਦੇ ਕਿ ਮੈਨੂੰ ਆਸ ਹੈ ਕਿ ਹੁਣ ਭਾਰਤੀ ਟੀਮ ਪੈਰਿਸ ਓਲੰਪਿਕ ਦੇ ਵਿੱਚ ਹੋਰ ਅੱਗੇ ਜਾਊਗੀ ਤੇ ਉਹ ਕਹਿੰਦੇ ਕਿ ਜਿਹੜੀਆਂ ਕੁਝ ਖਾਸ ਟੈਕਨੀਕ ਸੀਗੀਆਂ ਜਿਹਦੇ ਨਾਲ ਮਤਲਬ ਮੈਂ ਇਹ 3 ਗੋਲ ਕਰਨ ਦੇ ਵਿੱਚ ਸਫਲ ਰਿਹਾ। 2008 ਦੇ ਵਿੱਚ ਉਹਨਾਂ ਨੂੰ ਧਿਆਨ ਚੰਦ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਤੇ ਉਹ ਕਹਿੰਦੇ ਕਿ ਮਾਈਕਲ ਕਿੰਡੋ ਵੀ ਪੈਨਲਟੀ ਕਾਰਨਰ ਦੇ ਵਿੱਚ ਬਾਲ ਮਾਰਦਾ ਸੀ, ਪਰ ਮੇਰੇ ਜਿਹੜੇ ਹਿੱਟ ਨਤੀਜੇ ਸੀਗੇ ਉਹ ਰਹੇ ਸੀਗੇ ਤੇ ਇਸ ਕਰਕੇ ਮੈਂ ਸਾਰੇ ਪੈਨਲਟੀ ਕਾਰਨਰ ਲਏ, ਜਿਹਦੇ ਨਾਲ ਖੇਡ ਦੇ ਵਿੱਚ ਸਾਡਾ ਦਬਦਬਾ ਉਦੋਂ ਬਣਿਆ ਰਿਹਾ। ਉਹ ਕਹਿੰਦੇ ਕਿ ਮੈਂ ਦੇਖੋ ਤੁਸੀਂ ਪੰਜਾਬੀ ਬੰਦੇ ਦੀ ਜਿਹੜੀ ਤਰੀਕਾਕਾਰ ਆ ਜੋ ਖੇਡ ਦਾ, ਉਹ ਕਹਿੰਦੇ ਕਿ ਜਦੋਂ ਸਾਡਾ ਮੈਚ ਨਹੀਂ ਸੀ ਹੁੰਦਾ ਤੇ ਮੈਂ ਵਿਰੋਧੀ ਟੀਮਾਂ ਦੇ ਮੈਚ ਦੇਖਦਾ ਹੁੰਦਾ ਸੀਗਾ ਤੇ ਮੈਂ ਗੋਲਕੀਪਰਾਂ ਦੇ ਉੱਤੇ ਧਿਆਨ ਰੱਖਦਾ ਹੁੰਦਾ ਸੀਗਾ ਵੀ ਕਿਹੜਾ ਬੰਦਾ ਕੀ ਉਹਦੀ ਤਾਕਤ ਹੈ ਤੇ ਕਿਹੜੀ ਉਹਦੀ ਕਮਜ਼ੋਰੀ ਹੈ ਤੇ ਉਹਦਾ ਮੈਂ ਵਿਸ਼ਲੇਸ਼ਣ ਕਰਦਾ ਸੀਗਾ। ਇਸੇ ਰਣਨੀਤੀ ਨਾਲ ਕਹਿੰਦੇ ਮੈਨੂੰ ਮੈਚਾਂ ਦੇ ਦੌਰਾਨ ਮਦਦ ਮਿਲੀ, ਕਿਉਂਕਿ ਮੈਨੂੰ ਪੈਨਲਟੀ ਕਾਰਨਰ ਦੇ ਦੌਰਾਨ ਸਪਸ਼ਟ ਪਤਾ ਸੀਗਾ ਕਿ ਬਾਲ ਨੂੰ ਮਾਰਨਾ ਕਿੱਥੇ ਆ। ਇੱਕ ਹਾਕੀ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੇ ਮੁਖਬੈਨ ਦੇ ਪਿਤਾ ਦਰਬਾਰਾ ਸਿੰਘ ਵੀ ਭਾਰਤੀ ਫੌਜ ਦੇ ਵਿੱਚ ਖਿਡਾਰੀ ਸਨ ਤੇ ਮੇਜਰ ਧਿਆਨ ਚੰਦ ਦੇ ਨਾਲ ਉਹ ਖੇਡਦੇ ਰਹੇ ਨੇ। ਉਹਨਾਂ ਦਾ ਜਿਹੜਾ ਸਫ਼ਰ ਸੀਗਾ ਪੰਜਾਬ ਦੇ ਵਿੱਚ ਹੀ ਸ਼ੁਰੂ ਹੋਇਆ, ਜਿੱਥੇ ਉਹਨਾਂ ਨੇ ਉਸ ਤੋਂ ਬਾਅਦ ਜਿਹੜੀ ਨੈਸ਼ਨਲ ਟੀਮ ਉਹਦੇ ਵਿੱਚ ਸ਼ਾਮਲ ਹੋਣ ਦੇ ਲਈ ਪਹਿਲਾਂ ਉਹ ਕਲੱਬਾਂ ਦੇ ਲਈ ਖੇਡਦੇ ਰਹੇ। ਉਹਨਾਂ ਦਾ ਭਰਾ ਸੰਤੋਖ ਸਿੰਘ ਵੀ ਅੰਤਰਰਾਸ਼ਟਰੀ ਪੱਧਰ ਦਾ ਹਾਕੀ ਖਿਡਾਰੀ ਸੀਗਾ ਤੇ ਉਹ ਤੀਜੀ ਪੀੜ੍ਹੀ ਯਾਨੀ ਕਿ ਮੁਖਬੈਨ ਸਿੰਘ ਦੇ ਪੁੱਤਰ ਬਿਕਰਮਜੀਤ ਸਿੰਘ ਵੀ ਰਾਸ਼ਟਰੀ ਪੱਧਰ ਦੇ ਲਈ ਪੰਜਾਬ ਦੇ ਲਈ ਖੇਡ ਚੁੱਕੇ ਨੇ। ਤੇ ਉਹ ਕਹਿੰਦੇ ਕਿ ਮੈਂ ਪੰਜਾਬ ਦੇ ਵਿੱਚ ਪੈਦਾ ਹੋਇਆ, ਵੱਡਾ ਹੋਇਆ ਤੇ ਇਸੇ ਲਈ ਹਾਕੀ ਮੇਰੀ ਪਹਿਲੀ ਕੁਦਰਤੀ ਪਸੰਦ ਆ। ਬਟਾਲਾ ਦੇ ਵਿੱਚ ਉਹ ਖੇਡੇ, ਉਸ ਤੋਂ ਬਾਅਦ ਅੰਮ੍ਰਿਤਸਰ ਖਾਲਸਾ ਕਾਲਜ ਕਲੱਬ ਦੇ ਵਿੱਚ ਸ਼ਾਮਲ ਹੋ ਗਏ। ਉੱਥੇ ਕਹਿੰਦੇ ਕਿ ਮੇਰੀ ਖੇਡ ਨੂੰ ਬਹੁਤ ਮੈਂ ਨਿਖਰਿਆ ਮਹਿਸੂਸ ਕੀਤਾ ਆਪਣੇ ਆਪ ਨੂੰ। ਸੋ
ਉਹ ਕਹਿੰਦੇ ਕਿ ਜਿਹੜੀ ਮੌਜੂਦਾ ਟੀਮ ਹੈ ਕਪਤਾਨ ਹਰਮਨਪ੍ਰੀਤ ਸਿੰਘ ਉਹ ਵੀ ਉਹਨਾਂ ਇਲਾਕਿਆਂ ਦੇ ਵਿੱਚੋਂ ਹੀ ਆਉਂਦੇ ਨੇ ਤੇ ਉਹ ਕਹਿੰਦੇ ਕਿ ਮੈਨੂੰ ਲੱਗਦਾ ਕਿ ਉਹ ਪੈਰਿਸ ਦੇ ਵਿੱਚ ਫਾਈਨਲ ਦੇ ਵਿੱਚ ਜ਼ਰੂਰ ਪਹੁੰਚਣਗੇ ਤੇ ਹਲੇ ਵੀ ਉਹ ਕਹਿੰਦੇ ਕਿ ਮੈਨੂੰ ਜਿਹੜੀ ਮਿਊਨਿਕ ਓਲੰਪਿਕ ਹੈ ਉਹਦੀਆਂ ਯਾਦਾਂ ਜਿਹੜੀਆਂ ਨੇ ਤਾਜ਼ਾ ਨੇ। ਇੱਕ ਫਲਸਤੀਨੀ ਬੰਦੇ ਨੇ ਇੱਥੇ ਹਮਲਾ ਵੀ ਕਰ ਦਿੱਤਾ ਸੀਗਾ, ਖੇਡ ਪ੍ਰਭਾਵਿਤ ਹੋਈ ਸੀਗੀ ਤੇ 2 ਇਜ਼ਰਾਈਲੀ ਐਥਲੀਟਾਂ ਦੀ ਇਸੇ ਦੌਰਾਨ ਮੌਤ ਵੀ ਹੋ ਗਈ ਸੀ ਤੇ 9 ਹੋਰਾਂ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀਗਾ। ਸੋ ਕਹਿੰਦੇ ਕਿ ਇਜ਼ਰਾਈਲੀ ਟੀਮ ਦੀ ਬਾਲਕੋਨੀ ਦੇ ਵਿੱਚ ਮੈਂ 2 ਬੰਦਿਆਂ ਨੂੰ ਅਸੌਲਟ ਰਾਈਫਲਾਂ ਦੇ ਨਾਲ ਦੇਖਿਆ ਵੀ ਸੀਗਾ। ਇਸ ਤੋਂ ਬਾਅਦ ਕਾਫੀ ਤਣਾਅ ਪੈਦਾ ਹੋ ਗਿਆ ਸੀ, ਇੱਥੋਂ ਤੱਕ ਕਿ ਓਲੰਪਿਕ ਨੂੰ ਰੱਦ ਕਰਨ ਦੀ ਵੀ ਚਰਚਾ ਹੋਣ ਲੱਗੀ ਸੀਗੀ। ਉਸ ਤੋਂ ਬਾਅਦ ਫਿਰ ਸੁਰੱਖਿਆ ਵਧਾ ਦਿੱਤੀ ਗਈ ਸੀ, ਖਾਸ ਤੌਰ ਤੇ 1971 ਦੀ ਤਾਜ਼ਾ ਜੰਗ ਕਰਕੇ ਕਹਿੰਦੇ ਭਾਰਤੀ ਤੇ ਪਾਕਿਸਤਾਨੀ ਦਲਾਂ ਦੇ ਵਿਚਕਾਰ ਵੀ ਕੋਈ ਬਹੁਤੇ ਚੰਗੇ ਜਿਹੜੇ ਸਬੰਧ ਹੁੰਦੇ ਆ ਉਹ ਨਹੀਂ ਸੀਗੇ। ਇਸੇ ਤਰ੍ਹਾਂ ਇੱਕ ਹੋਰ ਮਿਸਾਲ ਮਿਲਦੀ ਜਦੋਂ ਆਪਾਂ ਓਲੰਪਿਕ ਦੀ ਜਾਂ ਹਾਕੀ ਦੇ ਇਤਿਹਾਸ ਦੇ ਵਿੱਚ ਜਾਂਦੇ ਹਾਂ। ਇੱਕ ਜਰਨੈਲ ਸਿੰਘ ਹੋਏ ਨੇ ਹਾਕੀ ਖਿਡਾਰੀ, ਉਹ 10 ਟਾਂਕੇ ਲੱਗੇ ਸੀ ਉਹਨਾਂ ਦੇ ਸਿਰ ਦੇ ਉੱਤੇ, ਬਹੁਤ ਸੱਟ ਭੈੜੀ ਵੱਜ ਗਈ ਸੀ। ਉਹ ਉਸ ਟਾਂਕੇ ਲੱਗੇ ਹੋਇਆਂ ਦੇ ਦੌਰਾਨ ਮੈਚ ਖੇਡਦੇ ਰਹੇ, ਫੁੱਟਬਾਲ ਖਿਡਾਰੀ ਰਹੇ ਆ ਉਹ, ਮਾਫ਼ ਕਰਨਾ ਮੈਂ ਹਾਕੀ ਕਹਿ ਗਿਆ, ਫੁੱਟਬਾਲ ਦੇ ਖਿਡਾਰੀ ਰਹੇ ਆ ਉਹ। 1960 ਦੇ ਰੋਮ ਦੇ ਓਲੰਪਿਕ ਦੇ ਵਿੱਚ ਜਦੋਂ ਭਾਰਤੀ ਫੁੱਟਬਾਲ ਟੀਮ ਦਾ ਮੁਕਾਬਲਾ ਹੰਗਰੀ ਨਾਲ ਸੀਗਾ ਤੇ ਹੰਗਰੀ ਦੀ ਟੀਮ ਕਾਫੀ ਮਜ਼ਬੂਤ ਮੰਨੀ ਜਾ ਰਹੀ ਸੀਗੀ ਤੇ ਜਦੋਂ ਇਸੇ ਟੀਮ ਦੀ ਮੀਟਿੰਗ ਹੋਈ ਤੇ ਉੱਥੇ ਜਦੋਂ ਚਰਚਾ ਹੁੰਦੀ ਹੈ ਰਣਨੀਤੀ ਬਾਰੇ ਤਾਂ ਖਿਡਾਰੀ ਪੀਕੇ ਬੈਨਰਜੀ ਸੀਗੇ ਟੀਮ ਦੇ ਡਿਫੈਂਡਰ ਟੀਮ ਦੇ ਵਿੱਚ। ਉਹਨਾਂ ਨੇ ਮਤਲਬ ਜਰਨੈਲ ਸਿੰਘ ਨੂੰ ਦੱਸਿਆ ਕਿ ਬਈ ਹੰਗਰੀ ਦਾ ਜਿਹੜਾ ਸੈਂਟਰਲ ਫਾਰਵਰਡ ਹੈ ਫਲੋਰਿਨ ਐਲਬਰਟ, ਉਹ ਇੱਕ ਬਹੁਤ ਤਕੜਾ ਜਿਹੜਾ ਬਿਹਤਰੀਨ ਸੈਂਟਰਲ ਫਾਰਵਰਡ ਹੈ ਤੇ ਉਹਨੂੰ ਰੋਕਣਾ ਬਹੁਤ ਵੱਡੀ ਚੁਣੌਤੀ ਹੈ। ਜਰਨੈਲ ਸਿੰਘ ਨੇ ਪਤਾ ਕੀ ਜਵਾਬ ਦਿੱਤਾ? ਜਰਨੈਲ ਸਿੰਘ ਕਹਿੰਦੇ ਕਿ ਉਹ ਬੜੇ ਸ਼ਾਂਤ ਤਰੀਕੇ ਨਾਲ ਉਹਨਾਂ ਦੀ ਗੱਲ ਸੁਣੀ ਉਹਨਾਂ ਨੇ ਪਹਿਲਾਂ। ਉਹ ਕਹਿੰਦੇ ਕਿ ਐਲਬਰਟ ਦੇ ਵੀ 2 ਹੱਥ ਤੇ 2 ਲੱਤਾਂ ਤੇ ਮੇਰੇ ਵੀ 2 ਹੱਥ ਤੇ 2 ਲੱਤਾਂ, ਮੈਂ ਉਹ ਤੋਂ ਡਰਾਂ ਕਿਉਂ? ਸੋ ਇਹ ਉਹਨਾਂ ਦੀ ਮਤਲਬ ਗੱਲਬਾਤ ਜਾਂ ਉਹਨਾਂ ਦੀ ਹੌਸਲਾ ਜਾਂ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਦੇ ਨਾਲ ਉਹ ਭਰੇ ਹੋਏ ਸੀ। ਉਹਨਾਂ ਦੇ ਬਾਰੇ ਜ਼ਰੂਰ ਗੱਲਬਾਤ ਕਰਾਂਗੇ ਆਪਾਂ, ਕਿਉਂਕਿ ਇੱਕ ਫੁੱਟਬਾਲ ਕਮੈਂਟੇਟਰ ਹੋਏ ਨੇ ਤੇ ਪੱਤਰਕਾਰ ਸੀਗੇ ਨੋਵੀ ਕਪਾੜੀਆ। ਉਹਨਾਂ ਨੇ ਭਾਰਤੀ ਫੁੱਟਬਾਲ ਦੇ ਬਾਰੇ ਆਪਣੀ ਕਿਤਾਬ ਲਿਖੀ ਹੈ ਬੇਅਰ ਫੁੱਟਸ ਟੂ ਬੂਟਸ। ਉਹਦੇ ਵਿੱਚ ਉਹਨਾਂ ਨੇ ਜਰਨੈਲ ਸਿੰਘ ਦੇ ਜਜ਼ਬੇ ਤੇ ਹਿੰਮਤ ਬਾਰੇ ਬਹੁਤ ਕਿੱਸੇ ਸਾਂਝੇ ਕੀਤੇ ਆ। ਉਹਨਾਂ ਦੇ ਵਿੱਚੋਂ ਇੱਕ ਆਪਾਂ ਜਦੋਂ ਅਗਲੀ ਵਾਰੀ ਗੱਲ ਕੀਤੀ ਖੇਡਾਂ ਦੀ ਤਾਂ ਉਹਦੇ ਬਾਰੇ ਜ਼ਰੂਰ ਆਪਾਂ ਗੱਲਬਾਤ ਕਰਾਂਗੇ। ਪਰ ਤੁਸੀਂ ਦੇਖੋ ਕਿ ਇਹ ਜਿਹੜੀ ਗੁੜਤੀ ਆ ਆਪਾਂ ਨੂੰ ਪੰਜਾਬੀਆਂ ਨੂੰ ਕਿ ਹੌਸਲਾ ਨਹੀਂ, ਢੇਰੀ ਨਹੀਂ ਢਾਉਣੀ, ਹੌਸਲੇ 'ਚ ਰਹਿਣਾ ਹਮੇਸ਼ਾ। ਤਾਂ ਉਹ ਕਹਿੰਦੇ ਕਿ ਜੇਕਰ ਐਲਬਰਟ ਦੇ ਵੀ 2 ਲੱਤਾਂ ਤੇ 2 ਹੱਥ ਹੈ ਤੇ ਮੇਰੇ ਵੀ 2 ਲੱਤਾਂ ਤੇ 2 ਹੱਥ ਹੈ ਤੇ ਮੈਂ ਐਲਬਰਟ ਤੋਂ ਕਿਉਂ ਡਰਾਂ? ਮੈਂ ਉਹਦੇ ਤੋਂ ਕਿਉਂ ਇਹ ਕਹਾਂ ਕਿ ਉਹ ਜ਼ਿਆਦਾ ਮਜ਼ਬੂਤ ਹੈ ਤੇ ਮੈਂ ਉਹਦਾ ਮੁਕਾਬਲਾ ਨਹੀਂ ਕਰ ਸਕਦਾ? ਸੋ ਇੱਥੋਂ ਤੁਸੀਂ ਦੇਖੋ ਕਿ ਚੜ੍ਹਦੀ ਕਲਾ ਦਾ ਜਿਹੜਾ ਆਪਾਂ ਨੂੰ ਗੁਰੂ ਸਾਹਿਬਾਨ ਨੇ ਗੁੜਤੀ ਦਿੱਤੀ ਹੈ ਤੇ ਉਹ ਹਮੇਸ਼ਾ ਹਰ ਮੈਦਾਨ ਦੇ ਵਿੱਚ ਆਪਾਂ ਨੂੰ ਫਤਿਹ ਕਰਵਾਉਣ ਦੇ ਵਿੱਚ ਸਹਾਈ ਸਿੱਧ ਹੁੰਦੀ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਐਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।